ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਗੰਨੇ ਦਾ ਮਤਲਬ ਜਦੋਂ ਇਹ ਅਵੇਲੇਬਲ ਸੀ, ਜਦੋਂ ਇੱਥੇ ਉਗਾਇਆ ਜਾ ਰਿਹਾ ਸੀ, ਉਦੋਂ ਇਹਦਾ ਕੀ ਰੋਲ ਸੀ ਔਰ ਅੱਜ ਕਿਸਾਨ ਦੇ ਹਾਲਾਤ ਕੀ ਨੇ ਔਰ ਗੰਨਾ ਛੱਡ ਕੇ ਕੀ ਅਸੀਂ ਮਤਲਬ ਜਿਹੜਾ ਹੈਗਾ ਇਹ ਉਦੋਂ ਤਰੱਕੀ ਕੀਤੀ ਹੈ। ਉਹਦੇ ਵਿੱਚ ਜਦੋਂ ਕੋਈ ਹੋਰ ਫਸਲ ਲੈਂਦੇ ਆ ਤੇ ਉਹ ਬੜੀ ਵਧੀਆ ਹੁੰਦੀ ਸੀ। ਕੋਈ ਇਸ ਤਰ੍ਹਾਂ ਦਾ ਨਹੀਂ ਹੈਗਾ ਵੀ ਗੰਨੇ ਨੇ ਕੋਈ ਜ਼ਮੀਨ ਮਾਰੂ ਕਰ ਦਿੱਤੀ ਜਾਂ ਉਸ ਤੋਂ ਬਾਅਦ ਉਹਦੇ ਵਿੱਚ ਸਗੋਂ ਬਲਕਿ ਜਿਹੜਾ ਹੈਗਾ ਕਣਕ ਝੋਨੇ ਵਾਲੀ ਜਿਹੜੀ ਜ਼ਮੀਨ ਹੈ ਇਹਨੂੰ ਪਥਰੀਲੀ ਗਿਣਨ ਲੱਗ ਗਏ ਆ। ਜਿਹੜਾ ਕਿਸਾਨ ਗੰਨਾ ਉਗਾਉਂਦਾ ਹੈ ਉਹ ਗੰਨਾ ਮਿੱਲ ਨੂੰ ਦਿੰਦਾ ਹੈ, ਉਹਦਾ ਪ੍ਰੋਡਿਊਸ ਜਿਹੜਾ ਮਿਲ ਜਾ ਰਿਹਾ ਔਰ ਮਿੱਲ ਤੋਂ ਉਹਨੂੰ ਪੈਸੇ ਜਾ ਰਹੇ ਆ। ਉਹਦੇ ਵਿੱਚ ਕੋਈ ਆੜਤੀਆ ਨਹੀਂ, ਕੋਈ ਵਿਚੋਲਾ ਨਹੀਂ, ਕੋਈ ਉਹਨੂੰ ਲੁੱਟਣ ਵਾਲਾ ਨਹੀਂ, ਕੋਈ ਉਹਦੇ ਤੋਂ ਖੋਹਣ ਵਾਲਾ ਨਹੀਂ। ਔਰ ਜੇ ਸਰਕਾਰਾਂ ਲੋਕਾਂ ਦੀ ਮਾਂ ਹੁੰਦੀਆਂ ਔਰ ਮਾਂ ਦਾ ਰੋਲ ਅਦਾ ਕਰਨ ਤਾਂ ਮਾਂ ਤਾਂ ਸਭ ਤੋਂ ਪਹਿਲਾਂ ਦੇਖਦੀ ਹੈ ਮੇਰੇ ਪੁੱਤ ਨੂੰ ਕੀ ਚਾਹੀਦਾ। ਔਰ ਇਹਨਾਂ ਸਰਕਾਰਾਂ ਦਾ ਪੁੱਤ ਗੰਨਾ ਵੇਚ ਕੇ ਖੁਸ਼ ਸੀ ਤੇ ਇਹਨਾਂ ਨੇ ਚੱਕ ਕੇ ਮਤਲਬ ਜਿਹੜਾ ਹੈਗਾ ਉਹਦੀਆਂ ਸ਼ੂਗਰ ਮਿੱਲਾਂ ਬੰਦ ਕਰ ਦਿੱਤੀਆਂ। 2-2 ਏਕੜ ਜਿੰਨਾ ਗੰਨਾ ਇੱਕ ਏਕੜ ਦੇ ਵਿੱਚੋਂ ਪੈਦਾ ਕਰਕੇ ਦਿੱਤਾ ਔਰ ਸਾਡੀਆਂ ਖੰਡ ਮਿੱਲਾਂ ਜਿਹੜੀਆਂ ਉਹ ਫੇਰ ਨਹੀਂ ਚੱਲੀਆਂ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਵੱਲੋਂ ਸਵਾਗਤ ਹੈ। ਪੰਜਾਬ ਦੇ ਮੁੱਦੇ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਗਿਆ ਮੈਂ। ਦੋਸਤੋ, ਜਦੋਂ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ ਤੇ ਮੈਂ ਕਈ ਵਾਰੀ ਕਹਿਣਾ ਚਾਹੁੰਦਾ ਵੀ ਬੜੇ ਪੰਜਾਬ ਦੇ ਅੰਦਰ ਐਸੇ ਫਲਦਾਰ ਬੂਟੇ ਨੇ ਜਿਹੜੇ ਅੱਜ ਗਾਇਬ ਹੋ ਗਏ। ਲਸੂੜੇ ਆਮ ਪੰਜਾਬ ਦੇ ਵਿੱਚ ਹੁੰਦੇ ਸੀ, ਉਹ ਕਿੱਥੇ ਚਲੇ ਗਏ? ਬੜੀਆਂ ਗੱਲਾਂ ਵਿਚਾਰਨ ਵਾਲੀਆਂ ਨੇ, ਬਹੁਤ ਘਟ ਗਏ। ਪੰਜਾਬ ਦੇ ਵਿੱਚ ਰਵਾਇਤੀ ਬੂਟੇ ਜਿਹੜੇ ਸਾਡੇ ਪੰਜਾਬ ਦੇ ਵਿੱਚ ਬਚਪਨ ਤੋਂ ਲੈ ਕੇ ਵੇਖਦੇ ਪਏ ਸਾਂ, ਉਹਨਾਂ ਦੀ ਗਿਣਤੀ ਘਟ ਗਈ। ਨਵੀਂ ਪ੍ਰਕਾਰ ਦੇ ਪੌਦੇ ਬੂਟੇ ਆ ਗਏ। ਮੈਂ ਇਸ ਗੱਲ ਦੇ ਵਿਰੋਧ ਵਿੱਚ ਨਹੀਂ ਹਾਂ ਵੀ ਕੁਝ ਨਵਾਂ ਨਹੀਂ ਆਉਣਾ ਚਾਹੀਦਾ, ਪਰ ਪੰਜਾਬ ਦੇ ਵਿੱਚੋਂ ਫਲਦਾਰ ਬੂਟਿਆਂ ਦਾ ਪਤਨ ਹੋ ਜਾਣਾ, ਖੇਤੀਬਾੜੀ ਦੇ ਅੰਦਰ ਬੜਾ ਕੁਝ ਸਾਡਾ ਗਵਾਚ ਜਾਣਾ, ਉਹ ਕਿਤੇ ਨਾ ਕਿਤੇ ਮੇਰੇ ਲਈ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ। ਗੱਲ ਕਰਦਾ ਮੈਂ ਪੰਜਾਬ ਦੇ ਅੰਦਰ ਕਮਾਦ ਦੀ। ਪੰਜਾਬ ਦੇ ਵਿੱਚ ਗੰਨਾ ਬੜਾ ਹੁੰਦਾ ਸੀ, ਖਾਸ ਕਰਕੇ ਮੇਰੇ ਇਲਾਕੇ ਦੀ ਮੈਂ ਗੱਲ ਕਰਾਂ ਤੇ ਇਹਦੇ ਵਿੱਚ ਕਮਾਦ ਬਹੁਤ ਜ਼ਿਆਦਾ ਹੁੰਦਾ ਸੀ। ਗੰਨੇ ਚੂਪਣੇ, ਰਾਤਾਂ ਨੂੰ ਬਹਿ ਕੇ ਚੂਪਣੇ, ਸਕੂਲ ਤੋਂ ਆਉਣਾ, ਰਸਤੇ ਦੇ ਵਿੱਚ ਆਪਣੇ ਸਾਈਕਲ ਰੋਕ ਕੇ ਟਰਾਲੀਆਂ ਤੋਂ ਵੀ ਲਾ ਲੈਣੇ, ਬੜਾ ਕੁਝ ਕਰਦੇ ਰਹੇ ਹਾਂ। ਅੱਜ ਮੇਰੇ ਨਾਲ ਡਾਕਟਰ ਹਰਿੰਦਰ ਜੀਰਾ ਜੀ ਨੇ, ਜੋ ਉੱਘੇ ਚਿੰਤਕ ਨੇ। ਜਦੋਂ ਕੋਈ ਕਿਸਾਨ ਭਰਾਵਾਂ ਦਾ ਮੁੱਦਾ ਹੁੰਦਾ, ਪੰਜਾਬ ਦਾ ਮੁੱਦਾ ਹੁੰਦਾ, ਤਾਂ ਮੇਰੇ ਨਾਲ ਅਕਸਰ ਵਿਚਾਰ ਵਟਾਂਦਰਾ ਕਰਦੇ ਨੇ। ਜਦੋਂ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਗੰਨੇ ਬਾਰੇ, ਤੇ ਮੇਰੇ ਖਿਆਲ ਦੇ ਵਿੱਚ ਬੜੀਆਂ ਐਸੀਆਂ ਗੰਨੇ ਨੂੰ ਲੈ ਕੇ ਵੱਡੀਆਂ ਫੈਕਟਰੀਆਂ ਜਾਂ ਜਿੱਥੋਂ ਖੰਡ ਮਿਲ ਜਿਸ ਨੂੰ ਕਹਿ ਦਿੱਤਾ ਜਾਂਦਾ ਹੈ, ਉਹਨਾਂ ਦਾ ਬੰਦ ਹੋ ਜਾਣਾ, ਜਾਂ ਕਿਸਾਨ ਭਰਾਵਾਂ ਨੂੰ ਐਸੀ ਕਿਹੜੀ ਮਜਬੂਰੀ ਬਣ ਗਈ ਕਿ ਪੰਜਾਬ ਦੇ ਵਿੱਚੋਂ ਗੰਨਾ ਬੰਦ ਕਰਦੇ ਜਾਂਦੇ ਨੇ। ਤੇ ਪਿਛਲੇ ਦਿਨਾਂ ਵਿੱਚ ਮੈਂ ਇੱਕ ਹੋਰ ਵੀਰ ਨੂੰ ਸੁਣਿਆ ਸੀ, ਉਹ ਕਹਿੰਦੇ ਗੰਨੇ ਦੇ ਵਿੱਚ ਹੁਣ ਮਿਠਾਸ ਵੀ ਨਹੀਂ ਰਹਿ ਗਈ। ਕੀ ਕਾਰਨ ਹੈ? ਸਾਡੀ ਧਰਤੀ ਦੀ ਕੋਈ ਕਮਜ਼ੋਰੀ ਬਣ ਗਈ ਹੈ, ਜਾਂ ਸਰਕਾਰ ਦੀਆਂ ਕੋਈ ਮਾਰੂ ਨੀਤੀਆਂ ਚੱਲਦੀਆਂ ਪਈਆਂ ਨੇ, ਜਾਂ ਜਿਹੜੀਆਂ ਸਰਕਾਰੀ ਨੇ ਉਹਨਾਂ ਨੂੰ ਬੰਦ ਕਰਕੇ ਪ੍ਰਾਈਵੇਟ ਨੂੰ ਫਾਇਦਾ ਦੇਣਾ ਹੈ? ਇਹਦੇ ਬਾਰੇ ਉਹ ਪੂਰੀ ਜਾਣਕਾਰੀ ਲੈਂਦੇ ਹਾਂ। ਮੇਰੇ ਨਾਲ ਨੇ ਡਾਕਟਰ ਹਰਿੰਦਰ ਜੀਰਾ ਜੀ। ਸਾਰੀ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਵੀਰ ਜੀ ਦਾ ਸਵਾਗਤ ਕਰਦੇ ਹਾਂ। ਵੀਰ ਜੀ, ਬੜੇ ਪਿਆਰ ਦੇ ਨਾਲ ਪ੍ਰੋਗਰਾਮ ਦੇ ਵਿੱਚ ਸਵਾਗਤ ਕੀਤਾ ਜਾਂਦਾ ਜੀ ਤੁਹਾਡਾ। ਧੰਨਵਾਦ ਜੀ। ਡਾਕਟਰ ਸਾਹਿਬ, ਜਦੋਂ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਗੰਨੇ ਦੀ, ਖਾਸ ਕਰਕੇ ਆਪਣਾ ਜੀਰਾ ਹਲਕਾ ਆ ਗਿਆ, ਮਖੂ ਏਰੀਆ ਆ ਗਿਆ, ਹਰੀਕੇ ਪੱਤਨ ਦਾ ਆ ਗਿਆ, ਜੀ। ਇੱਥੇ ਬਚਪਨ ਦੇ ਵਿੱਚ ਕਮਾਦ ਬੜਾ ਹੁੰਦਾ ਸੀ। ਜੀ। ਹੁਣ ਉਹ ਕਮਾਦ ਨਹੀਂ ਦਿਸਦਾ ਪਿਆ। ਜਿੱਧਰ ਝਾਤ ਪਾ ਕੇ ਵੇਖ ਰਿਹਾ ਮੈਂ, ਕਣਕ ਝੋਨਾ, ਇਹ ਚੀਜ਼ਾਂ ਕਿਉਂ ਸਮਾਪਤ ਹੋ ਗਈਆਂ ਮੇਰੇ ਪੰਜਾਬ ਦੇ ਵਿੱਚੋਂ? ਮਖੂ ਸਾਹਿਬ, ਵੈਸੇ ਤਾਂ ਤੁਸੀਂ ਮਤਲਬ ਜੋ ਗੱਲ ਕੀਤੀ ਆਪਣੇ ਬਚਪਨ ਦੇ ਵਿੱਚ, ਤੁਸੀਂ ਜੋ ਦੇਖਿਆ ਬਹੁਤ ਸਾਰੇ ਪੌਦੇ ਜਿਹੜੇ ਹੈਗੇ ਤੁਸੀਂ ਅਲੋਪ ਦੇਖ ਰਹੇ ਹੋ ਅੱਜ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਤੇ ਗੰਨਾ ਵੀ ਉਹਨਾਂ ਦੇ ਵਿੱਚੋਂ ਇੱਕ ਹੈ। ਗੰਨਾ ਵੀ ਲਗਭਗ ਅਲੋਪ ਹੀ ਹੈ। ਔਰ ਖ਼ਾਸ ਤੌਰ 'ਤੇ ਜੇ ਆਪਾਂ ਗੱਲ ਕਰੀਏ ਨਾ, ਜ਼ਿਲ੍ਹਾ ਫਿਰੋਜ਼ਪੁਰ, ਫਰੀਦਕੋਟ, ਪੁਰਾਣਾ ਫਰੀਦਕੋਟ, ਜਿਹਦੇ ਵਿੱਚ ਮੁਕਤਸਰ, ਮੋਗਾ ਔਰ ਫਾਜ਼ਿਲਕਾ, ਹਬੋਰ, ਬਠਿੰਡਾ ਤੱਕ ਦਾ ਇਹ ਜਿਹੜਾ ਸਾਰਾ ਇਹ ਏਰੀਆ ਸੀਗਾ, ਔਰ ਜਗਰਾਓਂ ਦੇ ਵਿੱਚ ਵੀ ਇੱਕ ਸ਼ੂਗਰ ਮਿੱਲ ਹੁੰਦੀ ਸੀ। ਇੱਥੋਂ ਲੁਧਿਆਣੇ ਤੱਕ ਦਾ ਏਰੀਆ, ਔਰ ਇੱਧਰ ਜਾ ਕੇ ਸ਼ੇਰੋਂ ਅੰਮ੍ਰਿਤਸਰ ਤੱਕ, ਮਤਲਬ ਜਿਹੜਾ ਹੈਗਾ ਅੰਮ੍ਰਿਤਸਰ ਤੋਂ ਪਹਿਲਾਂ ਦਾ ਏਰੀਆ ਜਿਹੜਾ ਸਾਰਾ, ਇਸ ਸਾਰੇ ਇਲਾਕੇ ਦੇ ਵਿੱਚੋਂ ਜਿਸ ਤਰ੍ਹਾਂ ਤੁਸੀਂ ਇਸ ਗੱਲ 'ਤੇ ਚਿੰਤਤ ਹੋ ਕਿ ਹੋਰ ਵੈਰਾਈਟੀ ਜਿਹੜੀ ਹੈ ਫਰੂਟਸ ਦੀ, ਮਤਲਬ ਕੁਦਰਤੀ ਤੌਰ 'ਤੇ ਹੋਣ ਵਾਲੇ ਫਰੂਟਸ ਦੀ, ਉਹ ਜਿਹੜੀ ਜਿੱਥੇ ਅਲੋਪ ਹੋਈਆਂ, ਤਾਂ ਉਹਦੇ ਨਾਲ ਮਤਲਬ ਗੰਨੇ ਦਾ ਵੀ
ਇਹ ਫਰਕ ਪਿਆ। ਮੈਨੂੰ ਐਂ ਲੱਗਦਾ ਵੀ ਗੰਨਾ ਵੀ ਮਿੱਠਾ ਹੁੰਦਾ ਤੇ ਫਰੂਟ ਵੀ ਮਿੱਠੇ ਹੁੰਦੇ, ਤੁਹਾਨੂੰ ਤਾਂ ਚਿੰਤਾ ਹੋ ਗਈ ਇਸ ਗੱਲ ਦੀ ਕਿ ਮਿੱਠੀਆਂ ਚੀਜ਼ਾਂ ਘਟ ਗਈਆਂ, ਔਰ ਵਾਕਿਆ ਹੀ ਘਟੀਆਂ। ਆਪਾਂ ਬਾਕੀ ਤਾਂ ਇਹ ਵਿਸ਼ਾ ਬਹੁਤ ਲੰਬਾ ਚੌੜਾ ਹੈ, ਜੇ ਸਾਰੇ ਤੇ ਗੱਲ ਕਰਦੇ ਹਾਂ ਤਾਂ ਗੱਲ ਲੰਬੀ ਚਲੀ ਜਾਏਗੀ, ਪਰ ਆਪਾਂ ਜੇ ਇਕੱਲਾ ਫੋਕਸ ਕਰੀਏ ਗੰਨੇ ਦੇ ਉੱਤੇ ਤੇ ਮੈਂ ਇਸ ਗੱਲ ਨੂੰ ਨਾਲ ਲਿੰਕ ਕਰਾਂਗਾ ਕਿ ਅਜੋਕੀ ਕਿਸਾਨੀ ਦੀ ਜਿਹੜੀ ਆਰਥਿਕਤਾ ਤੇ ਗੰਨਾ ਜਿਹੜਾ ਹੈਗਾ ਮਤਲਬ ਗੰਨੇ ਦਾ ਮਤਲਬ ਜਦੋਂ ਇਹ ਅਵੇਲੇਬਲ ਸੀ, ਜਦੋਂ ਇੱਥੇ ਉਗਾਇਆ ਜਾ ਰਿਹਾ ਸੀ, ਉਦੋਂ ਇਹਦਾ ਕੀ ਰੋਲ ਸੀ, ਔਰ ਅੱਜ ਕਿਸਾਨ ਦੇ ਹਾਲਾਤ ਕੀ ਨੇ, ਔਰ ਗੰਨਾ ਛੱਡ ਕੇ ਕੀ ਅਸੀਂ ਮਤਲਬ ਜਿਹੜਾ ਹੈਗਾ ਇਹ ਉਦੋਂ ਤਰੱਕੀ ਕੀਤੀ ਹੈ ਜਾਂ ਅਸੀਂ ਮਤਲਬ ਘਾਟਾ ਖਾਧਾ ਹੈ, ਇਸ ਗੱਲ ਦੇ ਉੱਤੇ ਵਿਚਾਰ ਕਰਨੀ ਬਣਦੀ ਹੈ। ਸੋ ਸਭ ਤੋਂ ਪਹਿਲਾਂ ਤਾਂ ਮਖੂ ਸਾਹਿਬ ਮੈਂ ਤੁਹਾਨੂੰ ਲੈ ਕੇ ਜਾਣਾ ਚਾਹੂੰਗਾ ਕੋਈ ਲਗਭਗ 80ਵਿਆਂ ਦੇ ਵਿੱਚ। ਉਸ ਵੇਲੇ ਜੇ ਗੱਲ ਕਰੀਏ ਆਪਾਂ ਜਿੰਨੇ ਕੁ ਆਪਾਂ ਇਲਾਕੇ ਦੀ ਗੱਲ ਕੀਤੀ ਹੈ, ਤੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਲੈ ਕੇ ਤੇ ਇੱਧਰ ਆਪਾਂ ਬਠਿੰਡਾ ਫਾਜ਼ਿਲਕਾ ਤੱਕ, ਬਠਿੰਡਾ ਤੱਕ ਚਲੇ ਜਾਈਏ, ਬੁਢਲਾਡਾ ਤੱਕ ਚਲੇ ਜਾਈਏ, ਤਾਂ ਇੰਨੇ ਸਾਰੇ ਇਲਾਕੇ ਦੇ ਵਿੱਚ ਇੱਧਰ ਲੁਧਿਆਣਾ ਤੱਕ ਚਲੇ ਜਾਈਏ ਇਸ ਰੂਟ ਤੋਂ ਹੁੰਦੇ ਹੋਏ, ਤੇ ਇਹਦੇ ਵਿੱਚ ਘੱਟੋ ਘੱਟ 4-5 ਮਿੱਲਾਂ ਸੀ। ਸ਼ੇਰੋ ਮਿੱਲ, ਜੀਰਾ ਮਿੱਲ, ਸ਼ੂਗਰ ਮਿੱਲਾਂ ਦੀ ਗੱਲ ਕਰ ਰਿਹਾ ਮੈਂ, ਜਿਹੜੀਆਂ ਗੰਨਾ ਪੀੜਦੀਆਂ ਸੀ। ਸ਼ੇਰੋਂ ਦੇ ਵਿੱਚ ਉਹ ਵੀ ਕੋਆਪਰੇਟਿਵ ਮਿੱਲ ਸੀ। ਨੰਬਰ 2 ਤੇ ਜੀਰਾ, ਇਹ ਵੀ ਕੋਆਪਰੇਟਿਵ ਮਿੱਲ ਸੀ। ਤੀਜੇ ਨੰਬਰ ਤੇ ਫਰੀਦਕੋਟ, ਇਸ ਇਲਾਕੇ ਦੀ ਸਭ ਤੋਂ ਵੱਡੀ ਤੇ ਸਭ ਤੋਂ ਲੇਟੈਸਟ ਤਕਨੀਕ ਨਾਲ ਵੀ ਬਣੀ ਸੀ ਉਹ, ਕਿਉਂਕਿ ਉਹ ਸਾਰਿਆਂ ਤੋਂ ਮਗਰੋਂ ਲੱਗੀ ਸੀ, ਔਰ ਬਹੁਤ ਕਾਮਯਾਬ ਮਿਲ ਕਹੀ ਗਈ ਉਹਨਾਂ ਟਾਈਮਾਂ ਦੇ ਵਿੱਚ ਉਹ ਮਿੱਲ। ਉਸ ਤੋਂ ਬਾਅਦ ਜਗਰਾਉਂ ਵਾਲੀ ਮਿੱਲ ਨੂੰ ਵੀ ਮੇਰਾ ਖਿਆਲ ਹੈ ਮਤਲਬ ਮੇਰੇ ਕੋਲੇ ਹੁਣ ਐਗਜ਼ੈਕਟਲੀ ਡਾਟਾ ਨਹੀਂ ਹੈਗਾ ਇਹਨਾਂ ਦੀ, ਜੇ ਗ੍ਰੇਡਿੰਗ ਵਾਈਜ਼ ਵੀ ਮੇਰੇ ਹਿਸਾਬ ਦੇ ਨਾਲ ਜੇ ਮੈਂ ਭੁੱਲਦਾ ਨਾ ਹੋਵਾਂ ਤਾਂ ਫਰੀਦਕੋਟ ਤੇ ਜਗਰਾਉਂ ਜਿਹੜੀਆਂ ਸੀਗੀਆਂ ਇਹ ਵੱਡੀਆਂ ਤੇ ਚੰਗੀਆਂ ਮਿੱਲਾਂ ਦੇ ਵਿੱਚ ਗਿਣੀਆਂ ਗਈਆਂ ਸੀ। ਸੋ ਇਹਨਾਂ ਦਾ ਅਲੋਪ ਹੋ ਜਾਣਾ ਜਿਹੜਾ ਇਹ ਮਤਲਬ ਪੰਜਾਬ ਦੀ ਕਿਸਾਨੀ ਨੂੰ, ਜੇ ਆਪਾਂ ਮਤਲਬ ਖਾਸ ਤੌਰ ਤੇ ਕਿਉਂਕਿ ਸਮਾਂ ਨਿਕਲ ਗਿਆ, ਇਹ 30 ਸਾਲ ਪੁਰਾਣੀ ਗੱਲ ਤੇ ਮੈਂ ਲੈ ਕੇ ਜਾ ਰਿਹਾ, 40 ਸਾਲ ਤੇ 40 ਸਾਲ ਪੁਰਾਣੀ ਗੱਲ ਹੈ। ਜਿਹੜੀ ਪੀੜ੍ਹੀ ਅੱਜ ਜਵਾਨ ਹੋਈ ਹੈ ਉਹਨਾਂ ਨੇ ਆਪਣੇ ਮਤਲਬ ਆਪਣੇ ਬਾਪ ਦਾਦਿਆਂ ਤੋਂ ਸੁਣਿਆ ਤਾਂ ਹੋਊਗਾ ਵੀ ਅਸੀਂ ਗੰਨਾ ਆਪਣੇ ਇੱਦਾਂ ਹੁੰਦਾ ਸੀ ਤੇ ਆਪਾਂ ਮਿੱਲ 'ਚ ਲੈ ਕੇ ਜਾਂਦੇ ਹੁੰਦੇ ਸੀ। ਪਰ ਮਖੂ ਸਾਹਿਬ ਇਹ ਵੀ ਬਹੁਤ ਸੈਂਸਿਟਿਵ ਤੇ ਬਹੁਤ ਮਤਲਬ ਜਿਹੜਾ ਹੈ ਨਾ ਕਿਸਾਨੀ ਨੂੰ ਦਰਦ ਦੇਣ ਵਾਲਾ ਵਿਸ਼ਾ ਹੈ ਮੇਰੇ ਹਿਸਾਬ ਦੇ ਨਾਲ। ਜਦੋਂ ਗੰਨਾ ਸੀ, ਗੰਨਾ ਇੱਕ ਤਾਂ ਇਹ ਹੈ ਕਿ ਗੰਨਾ ਪੂਰੇ ਸਾਲ ਦੀ ਫਸਲ ਹੈ। ਜਦੋਂ ਪੂਰੇ ਸਾਲ ਦੀ ਫਸਲ, ਕਿੱਥੇ ਅਸੀਂ 2 ਫਸਲਾਂ ਉਗਾਉਂਦੇ ਆ, ਕਿੱਥੇ ਇੱਕੇ ਫਸਲ ਦੇ ਨਾਲ ਪੂਰਾ ਸਾਲ, ਮਤਲਬ ਕਿ ਉਹਦੇ ਵਿੱਚ ਜਿਹੜੇ ਹੈ ਨਾ ਪ੍ਰੋਡਕਸ਼ਨ ਦੇ ਖਰਚੇ ਉਹ ਘਟ ਜਾਂਦੇ ਆ ਪੈਦਾਵਾਰ ਕਰਨ। ਧਰਤੀ ਦੇ ਤੱਤਾਂ ਦਾ ਜਿੱਥੋਂ ਤੱਕ ਸਵਾਲ ਹੈ ਉਹ ਤਾਂ ਮਤਲਬ ਉਹਦੇ ਵਿੱਚ ਕੁਝ ਹੋਰ ਐਂਗਲ ਹੈ। ਮਤਲਬ ਓਵਰਆਲ ਵੈਸੇ ਜਿਹੜਾ ਹੈਗਾ ਗੰਨੇ ਵਾਲੇ ਖੇਤਾਂ ਦੇ ਵਿੱਚ ਵੀ ਵੈਸੇ ਇਹ ਸੋਇਲ ਦੇ ਮਾਹਰ ਸਹੀ ਤਰੀਕੇ ਨਾਲ ਦੱਸ ਸਕਣਗੇ। ਮੇਰੇ ਖਿਆਲ ਦੇ ਵਿੱਚ ਤਾਂ ਗੰਨੇ ਵਾਲੀ ਜ਼ਮੀਨ ਜਿਹੜੀ ਹੁੰਦੀ ਸੀ ਨਾ, ਉਹਦੇ ਵਿੱਚ ਜਦੋਂ ਕੋਈ ਹੋਰ ਫਸਲ ਲੈਂਦੇ ਆ ਤੇ ਉਹ ਬੜੀ ਵਧੀਆ ਹੁੰਦੀ ਸੀ। ਕੋਈ ਇਸ ਤਰ੍ਹਾਂ ਦਾ ਨਹੀਂ ਹੈਗਾ ਵੀ ਗੰਨੇ ਨੇ ਕੋਈ ਜ਼ਮੀਨ ਮਾਰੂ ਕਰ ਦਿੱਤੀ ਜਾਂ ਉਸ ਤੋਂ ਬਾਅਦ ਉਹਦੇ ਵਿੱਚ, ਸਗੋਂ ਬਲਕਿ ਜਿਹੜਾ ਹੈਗਾ ਕਣਕ ਝੋਨੇ ਵਾਲੀ ਜਿਹੜੀ ਜ਼ਮੀਨ ਹੈ ਇਹਨੂੰ ਪਥਰੀਲੀ ਗਿਣਨ ਲੱਗ ਗਏ ਅਸੀਂ। ਇਹਦੇ ਵਿੱਚ ਕੜ ਬਣਦਾ ਹੈ ਥੱਲੇ, ਔਰ ਇਹਦੇ ਵਿੱਚ ਮਤਲਬ ਜਿਹੜਾ ਹੈਗਾ ਉਹ ਕਿਉਂਕਿ ਕੱਦੂ ਹੁੰਦਾ ਹੈ ਜਿਹਨੂੰ ਆਪਾਂ ਮਤਲਬ ਝੋਨਾ ਲਾਉਣ ਤੋਂ ਪਹਿਲਾਂ ਜਿਹੜਾ ਚਿੱਕੜ ਮਾਰਦੇ ਆ, ਉਹਦੇ ਨਾਲ ਸਗੋਂ ਉਹਦੀਆਂ ਕੋਈ ਪ੍ਰੋਬਲਮਸ ਹੈਗੀਆਂ ਨੇ, ਤੇ ਉਹਦੇ ਵਿੱਚ ਤਾਂ ਕੋਈ ਇਸ ਤਰ੍ਹਾਂ ਦੀ ਦਿੱਕਤ ਨਹੀਂ ਸੀ। ਤੇ ਮਤਲਬ ਮੇਰਾ ਕਹਿਣ ਦਾ ਕਿ ਉਸ ਵੇਲੇ ਜਦੋਂ ਗੰਨਾ ਜਿਹੜਾ ਸੀਗਾ ਉਹਦੇ ਨਾਲ ਕਿਸਾਨ ਬਹੁਤ ਖੁਸ਼ ਸੀ, ਔਰ ਕਿਸਾਨ ਦੀ ਬੜੀ ਵਧੀਆ ਆਰਥਿਕਤਾ ਸੀ। ਜਿਹੜੇ ਫੈਸਲੇ ਅੱਜ ਸਰਕਾਰਾਂ ਲੈ ਰਹੀਆਂ ਨੇ ਕਿ ਕਿਸਾਨ ਨੂੰ ਸਿੱਧੇ ਪੈਸੇ ਆਉਣਗੇ ਜੀ, ਇਹ ਆੜਤੀਏ ਤੋਂ ਬਚਾ ਰਹੇ ਆ ਅਸੀਂ, ਇਹ ਸਾਰੀਆਂ, ਜਦ ਕਿ ਮੈਨੂੰ ਇਸ ਗੱਲ ਦੇ ਵਿੱਚ ਕੋਈ ਗੁਰੇਜ਼ ਨਹੀਂ ਹੈ ਸਾਰੇ ਇਹ ਛੜਯੰਤਰ ਨੇ। ਪਰ ਇਹ ਸਾਰੇ ਛੜਯੰਤਰ ਨੇ, ਇਹ ਹੌਲੀ ਹੌਲੀ ਸਰਕਾਰਾਂ ਦਾ ਮਤਲਬ ਜਿਹੜਾ ਹੈਗਾ ਆਪਣੇ ਆਪ ਨੂੰ ਮਿਨੀਮਮ ਸਪੋਰਟ ਪ੍ਰਾਈਸਾਂ ਤੋਂ ਔਰ ਇਹਨਾਂ ਚੀਜ਼ਾਂ ਤੋਂ ਪਾਸੇ ਕਰਨ ਦਾ ਜ਼ਰੀਆ ਤਰੀਕਾ ਹੈ। ਔਰ ਇਹ ਜਿਹੜਾ ਹੈਗਾ ਇਹ ਹੋ ਰਿਹਾ ਹੈ, ਔਰ ਇਹਦੇ ਵਿੱਚ ਜਿੰਨੇ ਆਰਡੀਨੈਂਸ ਲੈ ਕੇ ਆ ਰਹੇ ਨੇ ਹੋਰ ਸਾਰੇ ਜਿਹੜੇ ਹੈਗਾ ਇਹ ਇੱਕ ਅਲੱਗ ਵਿਸ਼ਾ ਹੈ, ਲੰਬਾ ਵਿਸ਼ਾ ਹੈ। ਪਰ ਮਤਲਬ ਹੈ ਇਹ ਸਾਰਾ ਮਤਲਬ ਜਿਹੜਾ ਹੈਗਾ ਕਿਸਾਨੀ ਦਾ ਜਿਹੜਾ ਸਰਕਾਰ ਨੂੰ ਬੋਝ ਸਮਝ ਰਹੀ ਹੈ ਸਰਕਾਰ, ਜਿਹੜਾ ਕਿਸਾਨੀ ਨੂੰ ਉਹ ਆਪਣੇ ਮੋਢਿਆਂ ਤੋਂ ਭਾਰ ਲਾਉਣ ਦੇ ਢੰਗ ਤਰੀਕੇ ਨੇ ਇਹ ਸਰ। ਸੋ ਉਸੇ ਤਰੀਕੇ ਨਾਲ ਹੀ ਮਤਲਬ ਜਿਹੜਾ ਹੈਗਾ ਜੇ ਮੈਂ ਇਹ ਗੱਲ ਤਾਂ ਕੀਤੀ ਕਿ ਇੱਕ ਪਾਸੇ ਅੱਜ ਇਹ ਗੱਲ ਕੀਤੀ ਜਾ ਰਹੀ ਹੈ ਤੇ ਦੂਸਰੇ ਪਾਸੇ ਜਿਹੜਾ ਸੀਗਾ ਜਦੋਂ ਜਿਹੜਾ ਕਿਸਾਨ ਗੰਨਾ ਉਗਾਉਂਦਾ ਹੈ ਉਹ ਗੰਨਾ ਮਿੱਲ ਨੂੰ ਦਿੰਦਾ ਹੈ, ਉਹਦਾ ਪ੍ਰੋਡਿਊਸ ਜਿਹੜਾ ਮਿਲ ਜਾ ਰਿਹਾ ਹੈ ਔਰ ਮਿੱਲ ਤੋਂ ਉਹਨੂੰ ਪੈਸੇ ਜਾ ਰਹੇ ਹੈ, ਉਹਦੇ ਵਿੱਚ ਕੋਈ ਆੜਤੀਆ ਨਹੀਂ, ਕੋਈ ਵਿਚੋਲਾ ਨਹੀਂ,
ਕੋਈ ਉਹਨੂੰ ਲੁੱਟਣ ਵਾਲਾ ਨਹੀਂ, ਕੋਈ ਉਹਦੇ ਤੋਂ ਖੋਹਣ ਵਾਲਾ ਨਹੀਂ। ਤੇ ਫਿਰ ਅਸੀਂ ਉਹਨੂੰ ਪਰ ਪਰਚੀਆਂ ਬਹੁਤ ਕਹਿੰਦੇ ਔਖੀਆਂ ਆਉਂਦੀਆਂ ਸੀ, ਕਈ ਦਿਨ ਡਿੱਗਣਾ ਪੈਂਦਾ ਸੀ, ਪਰਚੀ ਆ ਗਈ ਸਾਡੀ, ਨਹੀਂ ਅਜੇ ਨਹੀਂ ਪਰਚੀ ਆਈ ਜੀ। ਉਸ ਤੋਂ ਬਾਅਦ ਕਹਿੰਦੇ ਮਿਲ ਦੇ ਵਿੱਚ ਜਾਣਾ, ਕਹਿੰਦੇ ਫਿਰ ਮੇਲਾ ਪੇਮੈਂਟ ਨਹੀਂ, ਕਈ ਪ੍ਰਕਾਰ ਦੀਆਂ ਗੱਲਾਂ ਐਸੀਆਂ ਆਈਆਂ ਨੇ। ਬਖੂ ਸਾਹਿਬ ਹੁਣ ਤਾਂ ਇਹਨਾਂ ਨੇ ਰੇਤਾ ਦੀਆਂ ਪਰਚੀਆਂ ਦਾ ਤਜਰਬਾ ਬਹੁਤ ਹੋ ਗਿਆ, ਹੁਣ ਤਾਂ ਸ਼ਾਇਦ ਪਰਚੀਆਂ ਪੁਰਚੀਆਂ ਇਹ ਠੀਕ ਕਰ ਲੈਂਦੇ। ਹੁਣ ਤਾਂ ਸਾਰੇ MLA ਸਾਰੇ ਜਿਹੜੇ ਹੈਗੇ ਆ ਉਹ ਉਹਨਾਂ ਦੇ ਕੋਲੇ ਰੇਤਾ ਦੀਆਂ ਪਰਚੀਆਂ ਵੰਡਣ ਦਾ ਤਜਰਬਾ, ਤੇ ਗੰਨੇ ਦੀਆਂ ਪਰਚੀਆਂ ਦਾ ਕਿੰਨੀ ਕੁ ਪ੍ਰੋਬਲਮ ਸੀ। ਸੋ ਇਹ ਤਾਂ ਸਾਰੀ ਇਹ ਸਾਡੀ ਐਡਮਿਨਿਸਟ੍ਰੇਸ਼ਨ ਦਾ ਵੀਕ ਹੋਣਾ, ਇਹ ਸਾਰੇ ਧੱਬੇ ਨੇ। ਇਹ ਸਾਡੇ ਵਾਸਤੇ ਸ਼ਰਮ ਦੀ ਗੱਲ ਹੈ। ਹੁਣ ਇਹ ਜਿਹੜਾ ਇਹ ਕੋਈ ਪਰਚੀ ਵਾਲਾ ਜਾਂ ਇਹ ਕੋਈ ਸਿਸਟਮ ਹੈ, ਹੁਣ ਦੇਖੋ ਇੱਕ ਮਿੱਲ ਨੂੰ ਏਰੀਆ, ਮੈਂ 1 ਮਿੰਟ ਦੇ ਵਿੱਚ ਤੁਹਾਡੇ ਇਸ ਸਵਾਲ ਦਾ ਜਵਾਬ ਦੇ ਦਿੰਦਾ। ਕਈ ਵਾਰ ਦਰਸ਼ਕਾਂ ਦੇ ਦਿਮਾਗ ਦੇ ਵਿੱਚ ਵੀ ਇਹ ਗੱਲ ਆ ਸਕਦੀ ਹੈ ਵੀ ਹੋ ਸਕਦਾ ਇਹ ਉਦੋਂ ਇੱਕ ਕੋਈ ਸਮੱਸਿਆ ਹੀ ਨਾ ਹੋਵੇ ਇਸ ਤਰ੍ਹਾਂ ਦੀ। ਹੁਣ ਪਰਚੀ ਸਿਸਟਮ ਕੀ ਸੀਗਾ, ਇੱਕ ਮਿੱਲ ਨੇ ਇੱਕ ਇਲਾਕਾ ਏਰੀਆ ਬਾਉਂਡ ਕੀਤਾ ਹੈ। ਮੰਨ ਲਓ ਜੀਰਾ ਮਿੱਲ ਹੈ ਜਾਂ ਫਰੀਦਕੋਟ ਮਿੱਲ ਹੈ, ਉਹਨੇ 150 ਪਿੰਡ ਨਿਰਧਾਰਿਤ ਕੀਤਾ ਕਿ ਇਸ 150 ਪਿੰਡ ਦਾ ਗੰਨਾ ਜਿਹੜਾ ਹੈਗਾ, ਯਾਰ ਇੱਕ ਪਿੰਡ ਦੇ ਵਿੱਚ ਮੇਰਾ ਮਤਲਬ ਜਿਹੜਾ ਹੈਗਾ 70 ਏਕੜ ਜਾਂ 100 ਏਕੜ ਜਾਂ 150 ਏਕੜ ਗੰਨਾ ਹੈ, ਠੀਕ ਹੈ ਜੀ। ਔਰ ਉਹਨੂੰ ਆਪਣੀ ਪੀੜਨ ਕਪੈਸਿਟੀ ਦਾ ਪਤਾ ਹੈ, ਠੀਕ ਹੈ ਜੀ। ਔਰ ਕਿਸਾਨ ਕਦੇ ਵੀ ਨਹੀਂ ਇਹ ਗੱਲ ਕਰਦਾ, ਕਿਉਂਕਿ ਗੰਨਾ ਤਾਂ ਜਿਹੜਾ ਹੈਗਾ ਰਿਟਿਊਨ ਕ੍ਰੌਪ ਹੁੰਦੀ ਸੀਗੀ, ਮਤਲਬ ਕਿ ਗੰਨਾ ਵੱਢ ਲਈਦਾ ਸੀ ਜਦੋਂ, ਤਾਂ 1 ਸਾਲ ਫਿਰ ਉਹੀ ਬੀਜਿਆ ਬਜਾਇਆ ਗੰਨਾ, ਬਲਕਿ ਗੰਨੇ ਨੂੰ ਤੁਸੀਂ 2 ਸਾਲ ਦੀ ਫਸਲ ਕਹੋ, 1 ਸਾਲ ਦੀ ਵੀ ਨਾ ਕਹੋ, ਕਿ ਗੰਨੇ ਨੂੰ ਦੁਬਾਰਾ ਮਤਲਬ ਜਦੋਂ ਪਹਿਲੀ ਵਾਰੀ ਵੱਢਦੇ ਆ ਸਾਲ ਬਾਅਦ, ਮਤਲਬ ਤਾਂ ਉਸ ਤੋਂ ਬਾਅਦ ਉਦੋਂ ਹੀ ਦੁਬਾਰਾ ਲਾਉਣ ਦੀ ਲੋੜ ਨਹੀਂ। ਇਹ ਮਤਲਬ ਇੱਕ ਫਸਲ ਆਪਣੇ ਆਪ ਦੁਬਾਰਾ ਹੋ ਜਾਂਦੀ ਹੈ। ਮਤਲਬ ਕਹਿਣ ਦਾ ਕਿ 2 ਸਾਲਾਂ ਦੀ ਫਸਲ ਜਿਹੜੀ ਹੈ ਉਹ ਇੱਕ ਵਾਰੀ ਬਿਜਾਈ ਕੀਤਿਆਂ ਸਰਦਾ। ਸੋ ਉਹ ਮਿੱਲ ਦੇ ਕੋਲੇ ਏਰੀਆ, ਔਰ ਮਿੱਲ ਦੇ ਕੋਲੇ ਮਤਲਬ ਜਿਹੜੇ ਹੈਗੇ ਆ ਮੁਲਾਜ਼ਮ ਹੈ, ਔਰ ਲੋਕ ਬੈਠੇ ਨੇ, ਸੁਪਰਵਾਈਜ਼ਰ ਬੈਠੇ ਨੇ, ਮੁਲਾਜ਼ਮ ਬੈਠੇ ਨੇ, ਮਿੱਲ ਚੱਲ ਰਹੀ ਹੈ। ਕੋਈ ਇਹ ਤਾਂ ਗੱਲ ਹੈ ਨਹੀਂ, ਕੋਈ ਲਾਲੇ ਦੀ ਦੁਕਾਨ ਤਾਂ ਹੈ ਨਹੀਂ, ਅਕਸਰ ਇੱਕ ਅਦਾਰਾ ਹੈ ਮਿੱਲ। ਔਰ ਉਹਨੇ ਮਤਲਬ ਇਹ ਪਰਚੀ ਸਿਸਟਮ ਕੀ ਸੀਗਾ ਕਿ ਉਹਨਾਂ ਨੇ ਪਰਚੀਆਂ ਦੇਣੀਆਂ ਨੇ ਕਿਸਾਨਾਂ ਨੂੰ ਕਿ ਅੱਜ ਇੰਨੀ ਤਰੀਕ ਤੁਹਾਡਾ ਗੰਨਾ ਇੰਨੀ ਤਰੀਕ ਨੂੰ ਆਏਗਾ, ਔਰ 24 ਘੰਟਿਆਂ ਦੀ ਉਹਦੇ ਉੱਤੇ ਮੁਹਲਤ ਵੀ ਹੁੰਦੀ ਸੀਗੀ ਵੀ ਅੱਗੇ ਪਿੱਛੇ ਹੋ ਜਾਵੇ, ਕਿਸਾਨ ਦੀ ਕੋਈ ਟਰਾਲੀ ਖਰਾਬ ਹੋ ਗਈ ਜਾਂ ਕੋਈ ਹੋ ਗਿਆ ਤਾਂ ਉਹ ਅੱਗੇ ਪਿੱਛੇ ਵੀ ਆ ਸਕਦਾ ਸੀਗਾ। ਸੋ ਉਹ ਸਿਰਫ ਇਸ ਵਾਸਤੇ ਸੀਗਾ ਕਿ ਇੱਕ ਨਿਰਧਾਰਿਤ ਸਮੇਂ ਦੇ ਵਿੱਚ ਸਾਡੇ ਕੋਲੇ ਓਨੀ ਹੀ ਕੁਆਂਟੀਟੀ ਆਉਂਦੀ ਰਵੇ, ਔਰ ਓਨੇ ਸਮੇਂ ਦੇ ਵਿੱਚ ਉਹ ਗੰਨਾ ਪੀੜਿਆ ਜਾਣਾ ਹੈਗਾ। ਔਰ ਉਹਦਾ ਭਾਵ ਇਹ ਵੀ ਸੀਗਾ ਕਿ ਜਿਹੜਾ ਇਸ ਮਿੱਲ ਦੇ ਏਰੀਏ ਦੇ ਵਿੱਚ ਜਿਹੜਾ ਗੰਨਾ ਲੱਗਿਆ ਪਹਿਲ ਦੇ ਆਧਾਰ ਤੇ ਉਹ ਪੀੜਿਆ ਜਾਵੇ, ਤਾਂ ਕਿ ਜਿਹੜਾ ਐਸਾ ਨਾ ਹੋਵੇ ਕਿ ਕੁਝ ਟਰਾਲੀਆਂ ਜਾਂ ਕੁਝ ਲੋਕ ਟਰੱਕ ਭਰ ਕੇ ਦੂਸਰੇ ਪਾਸੇ ਦੇ ਆ ਜਾਣ, ਔਰ ਸਾਡੇ ਇੱਥੋਂ ਦੇ ਕਿਸਾਨ ਜਿਹੜੇ ਹੈਗੇ ਆ ਉਹ ਵਿਚਾਰੇ ਮਤਲਬ ਜਿਹੜੇ ਬੈਠੇ ਰਹਿ ਜਾਣ। ਉਹ ਪਰਚੀ ਸਿਸਟਮ ਦਾ ਮਤਲਬ ਇਹ ਸੀ, ਇਸ ਤੋਂ ਵੱਧ ਕੇ ਹੋਰ ਕੁਝ ਨਹੀਂ ਸੀਗਾ। ਔਰ ਜੇ ਅਸੀਂ ਉਹਨੂੰ ਵੀ ਮੈਨੇਜ ਨਹੀਂ ਕਰ ਸਕਦੇ ਤੇ ਫਿਰ ਤਾਂ ਥੂ ਹੈ ਸਾਡੇ ਤੇ, ਫਿਰ ਤਾਂ ਸਾਡੇ ਵਾਸਤੇ ਮਤਲਬ ਇਹ ਕੋਈ ਗੱਲ ਨਹੀਂ ਸੀਗੀ ਜਿਹੜੀ ਹੈ। ਹਾਂ ਇੰਨਾ ਹੈ ਵੀ ਜਿਹੜੇ ਚੌਧਰੀ ਲੋਕ ਹੈ ਉਹ ਉੱਥੇ ਵੀ ਵਿੱਚ ਵੜ ਜਾਂਦੇ ਆ। ਚੌਧਰੀਆਂ ਦੇ ਘਰਾਂ ਦੇ ਵਿੱਚ ਪਰਚੀਆਂ ਹੁੰਦੀਆਂ ਸੀ, ਤੇ 2 ਕਿੱਲੇ ਵਾਲਾ ਵਿਚਾਰਾ 3 ਦਿਨ ਗੇੜਾ ਮਾਰਦਾ ਫਿਰਦਾ ਹੁੰਦਾ ਸੀ। ਉਹਨੂੰ ਕਦੇ ਅੱਜ ਉਹ ਸੁਪਰਵਾਈਜ਼ਰ ਨਹੀਂ ਮਿਲਿਆ, ਅੱਜ ਉੱਥੇ ਉਹ ਨਹੀਂ ਸੀਗਾ, ਅੱਜ ਉਹ ਨਹੀਂ ਸੀ, ਉਹ ਪ੍ਰਭਾਵਿਤ ਉਹ ਗੱਲਾਂ ਤਾਂ ਮਤਲਬ ਚੱਲਦੀਆਂ ਹੀ ਆਈਆਂ ਨੇ ਔਰ ਚੱਲਦੀਆਂ ਰਹਿੰਦੀਆਂ। ਪਰ ਜੇਕਰ ਵੈਸੇ ਕੋਆਪਰੇਟਿਵ ਸਿਸਟਮ ਨੂੰ ਇਮਾਨਦਾਰੀ ਦੇ ਨਾਲ ਲਾਗੂ ਕੀਤਾ ਜਾਵੇ ਤਾਂ ਮੇਰੇ ਖਿਆਲ ਦੇ ਵਿੱਚ ਕਿਸੇ ਵੀ ਛੋਟੇ ਕਿਸਾਨ ਨੂੰ, ਕਿਉਂਕਿ ਕਿਸਾਨਾਂ ਦੀਆਂ ਕਮੇਟੀਆਂ ਹੁੰਦੀਆਂ, ਕਿਸਾਨਾਂ ਦਾ ਸਿਸਟਮ ਹੁੰਦਾ, ਤੇ ਉਹ ਮਤਲਬ ਮੈਨੇਜ ਕਰ ਸਕਦੇ ਆ। ਤੇ ਜਿਹੜਾ ਥੋੜਾ ਜਿਹਾ ਪੋਲੀਟੀਕਲ ਇਨਵੋਲਵਮੈਂਟ ਜਿਹੜੀ ਹੁੰਦੀ ਹੈ ਉਹ ਤਾਂ ਵਿੱਚ ਬਣਦੀ ਹੀ ਰਹਿੰਦੀ ਹੈ। ਉੱਥੇ ਕਿਸਾਨ ਦੀ ਅਵੇਅਰਨੈਸ ਜਿਹੜੀ ਹੈਗੀ ਉਹ ਇੱਕ ਪਾਰਟ ਹੈ, ਮੈਂ ਸਮਝਦਾ। ਉਹ ਤਾਂ ਕਿਸਾਨ ਦੇ ਆਪਣੇ ਤੌਰ ਤੇ ਹੀ ਹੱਲ ਕਰਨ ਵਾਲਾ। ਹੁਣ ਆਪਣੇ ਕੋਲ ਥੋੜਾ ਵੀ ਇਹ ਮਿੱਲਾਂ ਕਿਉਂ ਬੰਦ ਹੋਈਆਂ, ਐਸਾ ਕੀ ਫਾਇਦਾ ਦੇਣਾ ਸੀ? ਜਿਹੜੀਆਂ ਪ੍ਰਾਈਵੇਟ ਨੇ ਉਹ ਚੱਲ ਰਹੀਆਂ ਨੇ, ਧੜਾਧੜ ਚੱਲ ਰਹੀਆਂ ਨੇ, ਉਹ ਕਿਉਂ ਨਹੀਂ ਘਾਟੇ ਵਿੱਚ ਗਈਆਂ ਜਾਂ ਕੀ ਕਾਰਨ ਹੈ? ਜੇ ਘਾਟੇ ਸ਼ੋਅ ਕੀਤੇ ਗਏ ਨੇ ਤੇ ਫਿਰ ਉਹ ਕਿਉਂ ਚਲਾ ਰਹੇ ਨੇ? ਬੜੀਆਂ ਗੱਲਾਂ ਇਹਦੇ ਵਿੱਚ ਆ ਜਾਂਦੀਆਂ ਨੇ। ਇਹ ਤਾਂ ਜਿਹੜੀਆਂ ਕੋਆਪਰੇਟਿਵ ਸੀ ਉਹ ਬੰਦ ਹੋ ਗਈਆਂ। ਮਖੂ ਸਾਹਿਬ ਗੱਲ ਤਾਂ ਅਸਲ ਦੇ ਵਿੱਚ ਇਹ ਹੈ ਕਿ ਕੋਆਪਰੇਟਿਵ ਮਿੱਲਾਂ ਨੂੰ ਚਲਾਉਣਾ ਜਿਹੜਾ ਸੀਗਾ, ਤੁਹਾਨੂੰ ਨਹੀਂ ਲੱਗਦਾ ਪਿਆ ਵੀ ਉਸ ਤਰੀਕੇ ਨਾਲ ਹੀ ਹੋਇਆ ਪਿਆ ਵੀ ਜਿਵੇਂ ਆਪਾਂ ਕਹਿ ਸਕਦੇ ਆ ਪ੍ਰਾਈਵੇਟ ਸਕੂਲ ਜਿਹੜੇ ਨੇ ਉਹ ਬਹੁਤ ਜ਼ਿਆਦਾ ਖੁੱਲ੍ਹਦੇ ਪਏ ਨੇ, ਤੇ ਸਰਕਾਰੀ ਜਿਹੜੀ ਉਹ ਅੱਗੇ ਇੱਕ ਪਿੰਡ ਦੇ ਵਿੱਚ ਇੱਕ ਹੁੰਦਾ ਸੀ, ਹੁਣ 4 ਪਿੰਡਾਂ ਦਾ ਕਰਤਾ, ਉਹਨਾਂ ਵਾਲੇ ਦਿਨਾਂ 'ਚ 10 ਪਿੰਡਾਂ ਦਾ ਇੱਕ ਕਰ ਦੇਣਗੇ। ਫਿਰ ਕਹਿੰਦੇ ਉਹ ਵੀ ਨਹੀਂ ਚੱਲਦਾ ਪਿਆ, ਮੁੱਕ ਦੀਆਂ ਤਨਖਾਹ ਦੇ ਰਹੇ ਆ, ਖਤਮ ਕਰ ਦਿਓ। ਬਿਲਕੁਲ ਜੀ, ਬਿਲਕੁਲ ਉਸੇ ਤਰੀਕੇ ਨਾਲ ਇਹ ਸਾਰਾ ਕੁਝ ਪ੍ਰਾਈਵੇਟ ਹੱਥਾਂ ਦੇ ਵਿੱਚ ਆ ਜਾਏਗਾ। ਜਿਹੜੀ ਖੰਡ ਦੇ ਵਪਾਰ ਦੀ ਪੂਰੇ ਹਿੰਦੁਸਤਾਨ ਦੇ ਵਿੱਚ ਖੰਡ ਦੇ ਵਪਾਰ ਦੀ ਵੀ ਇੱਕ ਲੌਬੀ ਹੈ। ਅੱਛਾ, ਹਾਂਜੀ, ਤਗੜਾ ਮਾਫੀਆ ਹੈ। ਬਿਲਕੁਲ ਜੀ। ਔਰ ਇਹ ਗੱਲਾਂ ਜਿਹੜੀਆਂ ਹੈਗੀਆਂ ਨੇ ਇਹ ਮਤਲਬ ਕੋਈ ਲੁਕੀਆਂ ਛੁਪੀਆਂ ਨਹੀਂ ਹੋਈਆਂ, ਠੀਕ ਹੈ। ਔਰ ਪ੍ਰਾਈਵੇਟ ਮਤਲਬ ਜਿਹੜੀਆਂ ਖੰਡ ਮਿੱਲਾਂ ਨੇ, ਠੀਕ ਹੈ, ਉਹ ਠੀਕ ਹੈ, ਉਹਨਾਂ ਦਾ ਆਪਣਾ ਧੰਦਾ ਹੈ। ਪੰਜਾਬ ਦੇ ਵਿੱਚ ਵੀ ਪ੍ਰਾਈਵੇਟ ਖੰਡ ਮਿੱਲਾਂ ਹੈਗੀਆਂ ਨੇ, ਲੀਡਰ ਲੋਕਾਂ ਦੀਆਂ ਹੈਗੀਆਂ ਨੇ, ਉਹ ਅੱਜ ਵੀ ਚੱਲ ਰਹੀਆਂ। ਫਗਵਾੜਾ ਦੇ ਵਿੱਚ ਹੈਗੀ ਹੈ, ਇੱਥੇ ਬੁੱਟਰ ਦੇ ਵਿੱਚ ਹੈਗੀ ਹੈ, ਹੋਰ ਮਤਲਬ ਹੈਗੀਆਂ ਨੇ। ਔਰ ਯੂਪੀ ਬਿਲਕੁਲ ਚੱਲਦੀਆਂ। ਔਰ ਕੋਆਪਰੇਟਿਵ ਜਿਹੜੀਆਂ ਮਿੱਲਾਂ ਸੀ ਉਹਨਾਂ ਨੂੰ ਹੀ ਪ੍ਰੋਬਲਮ ਕਿਉਂ ਆਈ?
ਠੀਕ ਹੈ। ਔਰ ਜਦ ਕਿ ਮਖੂ ਸਾਹਿਬ ਇੱਕ ਤੁਹਾਨੂੰ ਹੋਰ ਦੱਸ ਦੇਵਾਂ ਕਿ ਖਾਸ ਤੌਰ ਤੇ ਜਿਹੜੀਆਂ 5-6 ਮਿੱਲਾਂ ਦੀ ਆਪਾਂ ਗੱਲ ਕਰ ਰਹੇ ਹਾਂ, ਇਸ ਇਲਾਕੇ ਦੇ ਵਿੱਚ ਕਿਸਾਨ ਦੀ ਪਰ ਏਕੜ ਜਿਹੜੀ ਗੰਨੇ ਦੀ ਉਪਜ ਸੀ ਨਾ, ਉਹਦਾ ਇੱਕ ਰਿਕਾਰਡ ਹੈ ਪੂਰੇ ਪੰਜਾਬ ਦੇ ਵਿੱਚ। ਮੁਕਤਸਰ ਫਰੀਦਕੋਟ ਦੇ ਇਲਾਕੇ ਦਾ, ਕੋਟਕਪੂਰਾ, ਮੁਕਤਸਰ, ਫਰੀਦਕੋਟ, ਸਾਦਕ, ਇਸ ਬਿਲਟ ਦਾ, ਫਿਰੋਜ਼ਪੁਰ ਦਾ ਏਰੀਆ, ਇਸ ਬਿਲਟ ਦਾ ਇੱਕ ਰਿਕਾਰਡ ਹੈ ਕਿ ਜਿਹੜੀ ਗੰਨੇ ਦੀ ਪਰ ਏਕੜ ਪ੍ਰੋਡਕਸ਼ਨ ਜਿਹੜੀ ਹੈਗੀ ਹੈ ਨਾ, ਮੇਰਾ ਖਿਆਲ ਹੈ ਵੀ ਪੂਰੇ ਹਿੰਦੁਸਤਾਨ 'ਚ ਹੋਰ ਕਿਤੇ ਨਹੀਂ ਉਨੀ ਹੁੰਦੀ ਹੋਣੀ ਜਿੰਨੀ ਇੱਥੇ ਪਰ ਏਕੜ ਪ੍ਰੋਡਕਸ਼ਨ। ਤੇ ਫਿਰ ਬੰਦ ਹੋਣ ਦੇ ਕੀ ਕਾਰਨ? ਔਰ ਬੰਦ ਇਹ ਹੈ ਸਾਡੀ ਸਿੰਸੀਅਰਟੀ, ਇਹ ਹੈ ਸਾਡਾ ਵਿਜ਼ਨ ਆਉਣ ਵਾਲੇ, ਮਤਲਬ ਜਿਹੜਾ ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਦੀਆਂ ਸਰਕਾਰਾਂ ਬਣਦੀਆਂ ਨੇ। ਔਰ ਜੇ ਇੱਕ ਆਪਾਂ ਪ੍ਰੋਗਰਾਮ ਕੀਤਾ ਸੀ, ਉਹਦੇ ਵਿੱਚ ਆਪਾਂ ਇੱਕ ਗੱਲ ਇਹ ਵੀ ਕੀਤੀ ਸੀ ਕਿ ਸਰਕਾਰ ਮਾਂ ਹੁੰਦੀ ਹੈ, ਔਰ ਜੇ ਸਰਕਾਰਾਂ ਲੋਕਾਂ ਦੀ ਮਾਂ ਹੁੰਦੀਆਂ ਔਰ ਮਾਂ ਦਾ ਰੋਲ ਅਦਾ ਕਰਨ, ਤਾਂ ਮਾਂ ਤਾਂ ਸਭ ਤੋਂ ਪਹਿਲਾਂ ਦੇਖਦੀ ਹੈ ਮੇਰੇ ਪੁੱਤ ਨੂੰ ਕੀ ਚਾਹੀਦਾ। ਔਰ ਇਹਨਾਂ ਸਰਕਾਰਾਂ ਦਾ ਪੁੱਤ ਗੰਨਾ ਵੇਚ ਕੇ ਖੁਸ਼ ਸੀ ਤੇ ਇਹਨਾਂ ਨੇ ਚੱਕ ਕੇ ਮਤਲਬ ਜਿਹੜਾ ਹੈਗਾ ਉਹਦੀਆਂ ਸ਼ੂਗਰ ਮਿੱਲਾਂ ਬੰਦ ਕਰ ਦਿੱਤੀਆਂ। ਮੈਨੂੰ ਕੋਈ ਇਹੋ ਜਿਹਾ ਕਾਰਨ ਅੱਜ ਤੱਕ ਨਹੀਂ ਦਿਸਦਾ ਕਿ ਪੰਜਾਬ ਦੇ ਵਿੱਚ ਵੇਖੋ ਇੱਕ ਇੰਡਸਟਰੀ ਦੇ ਵਾਸਤੇ ਉਹਦੇ ਕਾਮਯਾਬ ਹੋਣ ਦੇ ਲਈ ਸਿਰਫ ਇੱਕੋ ਹੀ ਗੱਲ ਹੁੰਦੀ ਹੈ ਕਿ ਜਿਸ ਜਗ੍ਹਾ ਤੇ ਉਹ ਇੰਡਸਟਰੀ ਲੱਗੀ ਹੈ ਉਸ ਇਲਾਕੇ ਦੇ ਵਿੱਚ ਉਸ ਦਾ ਰਾ ਮਟੀਰੀਅਲ ਅਵੇਲੇਬਲ ਹੋਵੇ। ਅੱਛਾ ਜੀ, ਇਹ ਇੰਡਸਟਰੀ ਦਾ ਅਸੂਲ ਹੈ ਜੀ। ਕੋਈ ਵੀ ਦੁਨੀਆ ਦੇ ਵਿੱਚ ਉਦਯੋਗ ਲੱਗਦਾ ਹੈ ਤੇ ਜਿਸ ਕੱਚੇ ਮਾਲ ਤੋਂ ਉਹਨੇ ਪੱਕਾ ਮਾਲ ਤਿਆਰ ਕਰਨਾ ਹੈ, ਅਗਰ ਉਹ ਉਸ ਇਲਾਕੇ ਦੇ ਵਿੱਚ ਹੈਗਾ ਤਾਂ ਦੁਨੀਆ ਦੇ ਵਿੱਚ ਇਹ ਗੱਲ ਮੰਨੀ ਜਾਂਦੀ ਹੈ ਕਿ ਮਤਲਬ ਉੱਥੇ ਉਹ ਇੰਡਸਟਰੀ ਕਿਸੇ ਵੀ ਹਾਲਤ ਦੇ ਵਿੱਚ ਫਲੋਪ ਨਹੀਂ ਹੋ ਸਕਦੀ, ਫੇਲ ਨਹੀਂ ਹੋ ਸਕਦੀ। ਠੀਕ ਹੈ ਜੀ। ਔਰ ਫਰੀਦਕੋਟ, ਜੀਰਾ, ਸੇਰੋਂ, ਜਗਰਾਓਂ, ਇਹਨਾਂ ਮਿੱਲਾਂ ਦੇ ਵਾਸਤੇ ਇਹਨਾਂ ਦਾ ਕੱਚਾ ਮਾਲ ਜਿਹੜਾ ਹੈਗਾ ਇਹਨਾਂ ਦੇ ਗੇਟ ਤੋਂ ਸ਼ੁਰੂ ਹੋ ਜਾਂਦਾ ਸੀ। ਠੀਕ ਹੈ। ਔਰ ਪੂਰੇ ਪੰਜਾਬ ਦੇ ਵਿੱਚ ਪਰ ਏਕੜ ਮੈਕਸਿਮਮ ਪ੍ਰੋਡਕਸ਼ਨ ਵਾਲਾ, ਬਹੁਤ ਵਧੀਆ ਰਿਕਵਰੀ ਵਾਲਾ। ਇੱਕ ਰਿਕਵਰੀ ਦਾ ਪੁਆਇੰਟ ਮੈਂ ਤੁਹਾਨੂੰ ਦੱਸਦਾ ਕਿ ਗੰਨੇ ਦੇ ਵਿੱਚੋਂ ਖੰਡ ਨਿਕਲਣ ਦੀ ਜਿਹੜੀ ਪਰਸੈਂਟੇਜ ਹੁੰਦੀ ਹੈ ਉਹਨੂੰ ਰਿਕਵਰੀ ਬੋਲਿਆ ਜਾਂਦਾ ਹੈ ਕਿ ਰਿਕਵਰੀ ਕਿੰਨੀ ਆ ਰਹੀ ਹੈ, ਵੀ ਮਤਲਬ 1 ਕੁਇੰਟਲ ਗੰਨਾ ਨਪੀੜ ਕੇ ਸ਼ੂਗਰ ਮਿੱਲ ਨੂੰ ਕਿੰਨੀ ਖੰਡ ਮਿਲਦੀ ਹੈ। ਠੀਕ ਹੈ। ਉਹ ਇਸ ਕਰਕੇ ਕੁਝ ਵੈਰਾਈਟੀਆਂ ਅਲੱਗ-ਅਲੱਗ ਸੀਗੀਆਂ ਕਿ ਆਹ ਵੈਰਾਈਟੀ ਬੀਜਦੇ ਆ ਤਾਂ ਇਹਦੇ ਨਾਲ ਮਤਲਬ ਜਿਹੜਾ ਹੈਗਾ ਇੰਨੀ ਖੰਡ ਦੀ ਪੈਦਾਵਾਰ ਹੁੰਦੀ ਹੈ, ਜੇ ਆਹ ਬੀਜਦੇ ਆ ਤਾਂ ਇੰਨੀ। ਤਾਂ ਉਹ ਮਿੱਲ ਦੀ ਕੋਸ਼ਿਸ਼ ਹੁੰਦੀ ਸੀ ਕਿ ਜਿਹੜੀ ਵੱਧ ਤੋਂ ਵੱਧ ਰਿਕਵਰੀ ਵਾਲੀ ਵੈਰਾਈਟੀ ਹੈ ਉਹ ਬੀਜੀ ਜਾਵੇ, ਔਰ ਲੋਕ ਉਸੇ ਤਰੀਕੇ ਨਾਲ ਬੀਜ ਰਹੇ ਸੀ। ਔਰ ਜਿਹੜੇ ਸਾਡੇ ਅਦਾਰੇ ਹੈ ਮਤਲਬ ਜਿਹੜੇ ਸ਼ੂਗਰ ਕੇਨ ਦੇ ਉੱਪਰ ਰਿਸਰਚ ਕਰਨ ਵਾਲੇ, ਗੰਨੇ ਦੇ ਉੱਪਰ ਰਿਸਰਚ ਕਰਨ ਵਾਲੇ, ਉਹ ਵੀ ਬਕਾਇਦਾ ਤੌਰ ਤੇ ਉਹਨਾਂ ਦਿਨਾਂ ਦੇ ਵਿੱਚ ਮੈਂ ਦੇਖਿਆ ਧੜਾ 4-5 ਵੈਰਾਈਟੀਆਂ ਜਿਹੜੀਆਂ ਸੀਗੀਆਂ ਪੰਜਾਬ ਦੇ ਕਿਸਾਨਾਂ ਨੂੰ ਦਿੱਤੀਆਂ ਔਰ ਲੋਕਾਂ ਨੇ ਅਡੋਪਟ ਕੀਤੀਆਂ ਜੀ। ਔਰ ਮਤਲਬ ਮੁਕਤਸਰ ਦੇ ਇਲਾਕੇ ਦਾ ਮਖੂ ਸਾਹਿਬ ਮੈਨੂੰ ਖੁਦ ਨੂੰ ਯਾਦ ਹੈ, ਤੁਸੀਂ ਹੈਰਾਨ ਹੋਵੋਗੇ ਕਿ ਐਵਰੇਜ ਜਿਹੜੀ ਹੈ ਨਾ ਪਰ ਕੁਇੰਟਲ ਯੀਲਡ ਉਹਨਾਂ ਦਿਨਾਂ ਦੇ ਵਿੱਚ 80ਵਿਆਂ ਦੇ ਵਿੱਚ ਮਤਲਬ ਕੋਈ ਪਰ ਏਕੜ 250 ਤੋਂ ਲੈ ਕੇ 300 ਤੱਕ 300 ਕੁਇੰਟਲ ਤੱਕ ਪਰ ਏਕੜ ਆਮ ਐਵਰੇਜ ਦੀ ਯੀਲਡ ਹੁੰਦੀ ਸੀ ਇਸ ਇਲਾਕੇ ਦੀ, ਬਲਕਿ ਕੁਝ ਇਲਾਕਿਆਂ ਦੇ ਵਿੱਚ ਇਸ ਤੋਂ ਵੀ ਘੱਟ ਹੈ। ਤੁਸੀਂ ਹੈਰਾਨ ਹੋਵੋਗੇ ਕਿ ਫਰੀਦਕੋਟ ਔਰ ਮੁਕਤਸਰ ਦੇ ਸਰਾਊਂਡਿੰਗ ਦੇ ਵਿੱਚ ਇੱਦਾਂ ਦੇ ਕਿਸਾਨ ਸੀਗੇ ਜਿਨ੍ਹਾਂ ਦੀ 500 ਕੁਇੰਟਲ ਪਰ ਏਕੜ ਤੋਂ ਉੱਪਰ ਦੀ ਵੀ ਯੀਲਡ ਸੀ। ਬੱਲੇ 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 ਬੱਲੇ। ਔਰ ਮੈਂ ਤੁਹਾਨੂੰ ਅੱਜ ਵੀ ਕਿਸਾਨ ਮਿਲਾ ਸਕਦਾ ਜਦ ਕਿ ਵਧੀਆ ਟੈਕਨੀਕ ਦੇ ਨਾਲ ਗੰਨਾ ਪੈਦਾ ਕਰਨ ਵਾਲੀਆਂ ਜਿਹੜੀਆਂ ਲੇਟੈਸਟ ਟੈਕਨੀਕਸ ਹੈ ਇਹ ਸਾਰੀਆਂ ਉਸ ਤੋਂ ਬਾਅਦ ਆਜ਼ਾਦ ਹੋਈਆਂ ਨੇ। ਉਸ ਵੇਲੇ ਇੱਕ ਸਿੰਪਲ ਹੀ ਸੀਗੀ ਕਿ ਮਤਲਬ ਲਾਈਨਾਂ ਦੇ ਵਿੱਚ ਗੰਨਾ ਲਾਓ ਔਰ ਗੰਨਾ ਪੈਦਾ ਕਰੋ। ਉਹਨਾਂ ਟੈਕਨੀਕਸ ਦੇ ਨਾਲ ਵੀ ਮਤਲਬ ਜਿਹੜਾ ਹੈਗਾ ਕਿਸਾਨ ਨੇ ਇੰਨਾ ਗੰਨਾ ਪੈਦਾ ਕੀਤਾ, 2-2 ਏਕੜ ਜਿੰਨਾ ਗੰਨਾ 1-1 ਏਕੜ ਦੇ ਵਿੱਚੋਂ ਪੈਦਾ ਕਰਕੇ ਦਿੱਤਾ। ਔਰ ਸਾਡੀਆਂ ਖੰਡ ਮਿੱਲਾਂ ਜਿਹੜੀਆਂ ਉਹ ਫੇਰ ਨਹੀਂ ਚੱਲੀਆਂ ਸਾਡੀਆਂ ਸਰਕਾਰਾਂ ਤੋਂ। ਮਖੂ ਸਾਹਿਬ ਇਹ ਨਾ ਮਤਲਬ ਇਹ ਤਾਣੀ ਉਲਝੀ ਵੀ ਹੈ, ਤੰਦ ਨਹੀਂ ਉਲਝਿਆ। ਮੈਂ ਸ਼ਾਇਦ ਅੱਗੇ ਵੀ ਤੁਹਾਨੂੰ ਇਹ ਗੱਲ ਜ਼ਿਕਰ ਕੀਤਾ ਹੋਵੇ। ਸਿੱਧਾ ਫਾਇਦਾ ਫਿਰ ਕਿਹਨਾਂ ਨੂੰ ਹੋਊ? ਸਿੱਧਾ ਫਾਇਦਾ ਉਸ ਲੌਬੀ ਨੂੰ ਫਾਇਦਾ ਜੀ, ਉਸ ਲੌਬੀ ਨੂੰ ਫਾਇਦਾ। ਉਹ ਖੰਡ ਮਤਲਬ ਜਿਹੜੀ ਹੈਗੀ ਹੈ, ਹੁਣ ਤੁਸੀਂ ਦੇਖੋ ਅੱਜ ਕਿਸੇ ਬਾਜ਼ਾਰ ਦੇ ਵਿੱਚ ਚਲੇ ਜਾਓ, ਕਿਸੇ ਵੀ ਬਾਜ਼ਾਰ, ਤੁਸੀਂ ਅੱਜ ਮਖੂ ਦੇ ਬਾਜ਼ਾਰ ਚਲੇ ਜਾਓ, ਤੁਸੀਂ ਅੰਮ੍ਰਿਤਸਰ ਸਾਹਿਬ ਚੱਲੇ ਹੋ, ਉੱਥੇ ਬਾਜ਼ਾਰ ਚਲੇ ਜਾਓ, ਉੱਥੇ ਖੰਡ ਵਾਲੇ ਜਿਹੜਾ ਕੋਈ ਹੋਲਸੇਲਰ ਹੈ ਉਹਨੂੰ ਪੁੱਛਿਆ ਜੇ ਵੀ ਖੰਡ ਜਿਹੜੀ ਹੈਗੀ ਹੈ ਤੁਹਾਡੇ ਕੋਲ ਆਈ ਹੈ ਇਹ ਕਿਸ ਜਗ੍ਹਾ ਤੋਂ ਆਈ ਹੈ। ਠੀਕ ਹੈ ਜੀ। ਉਹ ਦੱਸੇਗਾ 99.9% ਉਹ ਤੁਹਾਨੂੰ ਯੂਪੀ ਦੇ ਕਿਸੇ ਸ਼ਹਿਰ ਦਾ ਜਾਂ ਐਮਪੀ ਦਾ ਜਾਂ ਯੂਪੀ ਦਾ ਲਗਭਗ ਜਿਹੜਾ ਹੈਗਾ। ਉਹ ਮਾਲ ਦੇ ਵਿੱਚ ਵੀ ਜਾਂਦੇ ਆ ਜੀ ਤੇ ਉਹਦੇ ਵਿੱਚ ਜਿਹੜਾ ਜ਼ਿਕਰ ਹੁੰਦਾ ਆ ਉਹਦੇ ਉੱਪਰ ਲਿਖਿਆ ਹੁੰਦਾ ਯੂਪੀ ਦਾ। ਯੂਪੀ ਦਾ। ਠੀਕ ਹੈ ਜੀ। ਹੁਣ
ਯੂਪੀ ਦੇ ਵਿੱਚ ਮੈਨੂੰ ਪਤਾ ਲੱਗਾ ਜ਼ਿਆਦਾਤਰ ਜਿਹੜਾ ਉਹ ਸ਼ਰਦ ਪਵਾਰ ਹੋਰਾਂ ਦਾ ਕਾਰੋਬਾਰ ਹੈ ਬਹੁਤ ਕੁਦਰਤੀ ਹੈ ਜੀ। ਉਹ ਸ਼ਰਦ ਪਵਾਰ ਸਾਹਿਬ ਦਾ ਉਹਨਾਂ ਨੂੰ ਹਿੰਦੁਸਤਾਨ ਦੇ ਸ਼ੂਗਰ ਦੇ ਕਿੰਗ ਗਿਣਿਆ ਜਾਂਦਾ ਸੋ ਯੂਪੀ ਦੇ ਵਿੱਚ ਹੋਰ ਬੜੇ ਮਤਲਬ ਇਹ ਪੂਰੀ ਇੱਕ ਲੌਬੀ ਹੈ ਜੀ, ਠੀਕ ਹੈ। ਔਰ ਉਹਨਾਂ ਨੇ ਮਤਲਬ ਜਿਹੜਾ ਹੈਗਾ ਉਹਨਾਂ ਲੋਕਾਂ ਦੀ ਜਾਂ ਤਾਂ ਇਹ ਕਹਿ ਲਓ ਕਿ ਸਾਡੇ ਪੋਲੀਟੀਕਲ ਲੋਕ ਜਿਹੜੇ ਸੀਗੇ, ਠੀਕ ਹੈ, ਇਹਨਾਂ ਦੀ ਕੋਈ ਉਹਨਾਂ ਨਾਲ ਸਾਂਢ ਗਾਂਢ ਨਾ ਸੀਗੀਆਂ, ਠੀਕ ਹੈ, ਜਾਂ ਤਾਂ ਇਹ ਨਹੀਂ ਚਾਹੁੰਦੇ ਸੀ ਜਾਂ ਕਿ ਮਤਲਬ ਹੋਰ ਕੋਈ ਕਾਰਨ ਨਹੀਂ ਲੱਭ ਰਿਹਾ ਜਿਸ ਕਾਰਨ ਕਰਕੇ ਅਸੀਂ ਇਹ ਕਹਿ ਦਈਏ ਕਿ ਜਿਹੜੇ ਸਕੂਲਾਂ ਦੀ ਤੁਸੀਂ ਗੱਲ ਕੀਤੀ ਹੈ ਉਹਨਾਂ ਨੂੰ ਕਮ ਸੇ ਕਮ ਚਲੋ ਪ੍ਰਾਈਵੇਟ ਤਾਂ ਕਰ ਦਿੱਤਾ, ਉਹ ਸਾਡੀ ਸ਼ੂਗਰ ਮਿੱਲਾਂ ਨੂੰ ਪ੍ਰਾਈਵੇਟ ਕਰ ਦਿੰਦੇ। ਅੱਛਾ, ਵੀ ਬੰਦ ਬਿਲਕੁਲ ਖਤਮ ਨਾ ਕਰਦੇ, ਖਤਮ ਤਾਂ ਨਾ ਕਰਦੇ। ਸੋ ਇਸੇ ਤਰੀਕੇ ਨਾਲ ਜੇ ਇਹ ਮਿੱਲਾਂ ਜਿਹੜੀਆਂ ਹੈਗੀਆਂ ਅਸੀਂ ਕਹਿੰਦੇ ਆ ਪੰਜਾਬ ਦੇ ਕਿਸਾਨ ਦਾ ਤਾਂ ਗੰਨਾ ਵੇਚਣ ਦੇ ਨਾਲ ਮਤਲਬ ਸੀ, ਇਹ ਆਪਦੀ ਗਾਂਢ ਸਾਂਢਾਂ ਜਿਹੜੀਆਂ ਇਹਨਾਂ ਨੇ ਜੋ ਸਾਂਝ ਪਿਆਲੀਆਂ ਕਰਨੀਆਂ ਉਹ ਕਰਦੇ ਰਹਿੰਦੇ। ਜੇ ਕੋਆਪਰੇਟਿਵ ਨਹੀਂ ਚੱਲ ਰਹੀਆਂ ਸੀ ਤਾਂ ਪ੍ਰਾਈਵੇਟ ਨੂੰ ਦੇ ਦਿੰਦੇ, ਇਹਨਾਂ ਨੇ ਤਾਂ ਚੱਕ ਕੇ ਬੰਦ ਹੀ ਕਰ ਦਿੱਤਾ ਕੰਮ। ਤੁਸੀਂ ਇੱਥੋਂ ਜਾਓਗੇ ਕਿਤੇ ਜੀਰੇ ਤੁਸੀਂ ਦੇਖੋ, ਜੀਰਾ ਲੰਘ ਕੇ ਜਿਹੜੀ ਹੈਗੀ ਆ ਉੱਥੇ ਜੀਰੇ ਦੀ ਜਿਹੜੀ ਕੋਆਪਰੇਟਿਵ ਸ਼ੂਗਰ ਮਿਲ ਸੀਗੀ ਉਹਦੇ ਖੰਡਰਾਤ ਦੇਖੋ, ਉਹ ਜਗ੍ਹਾ ਦੇਖੋ, ਉਹਦੇ ਨਾਲ ਹੀ ਇੱਕ ਅਕਾਲੀ ਲੀਡਰ ਦੀ ਇੱਕ ਸ਼ਰਾਬ ਦੀ ਫੈਕਟਰੀ ਹੈ। ਉਹ ਪਿੱਛੇ 7-8 ਸਾਲ ਪਹਿਲਾਂ ਉਹ 4 ਏਕੜ ਦੇ ਵਿੱਚ 5-7 ਏਕੜ 'ਚ ਸ਼ੁਰੂ ਹੋਈ ਸੀ, ਉਹ ਮੇਰੇ ਖਿਆਲ 50 ਏਕੜ ਤੱਕ ਪਹੁੰਚ ਗਈ ਹੋਣੀ ਹੈ। ਹਾਂਜੀ, ਔਰ ਜਿਹੜਾ ਹੈਗਾ ਸ਼ੂਗਰ ਮਿਲ ਦਾ ਜਿਹੜਾ ਉਹ ਸਾਰਾ ਇਲਾਕਾ ਹੈ, ਸਾਰਾ ਏਰੀਆ ਹੈ, ਉਹਦੀ ਮੇਰਾ ਖਿਆਲ ਹੈ ਚੰਗੀ ਖੁੱਲੀ ਜ਼ਮੀਨ ਹੈ, ਮੈਨੂੰ ਐਗਜ਼ੈਕਟ ਡਾਟਾ ਨਹੀਂ ਪਤਾ ਪਰ ਘੱਟੋ ਘੱਟ ਮੇਰੇ ਖਿਆਲ ਦੇ ਵਿੱਚ 25-30 ਏਕੜ ਤੋਂ ਜ਼ਿਆਦਾ ਹੋਏਗੀ। ਔਰ ਉਹ ਸਾਰਾ ਮਤਲਬ ਜਿਹੜਾ ਵੀਰਾਨ ਬਣਿਆ ਪਿਆ ਜੀ। ਔਰ ਜਿਹੜਾ ਮਿੱਲ ਦਾ ਪਾਣੀ ਹੈ ਗੰਦਾ, ਉਹ ਸਾਰੇ ਨੇ ਉਹ ਮਤਲਬ ਜਿਹੜਾ ਹੈਗਾ ਉਹ ਜਿਹੜੀ ਨਾਲ ਸ਼ਰਾਬ ਫੈਕਟਰੀ ਹੈ ਉਹਦਾ ਪਾਣੀ ਨਿਕਲ ਕੇ ਉਹਦੇ ਮਿੱਲ ਦੇ ਏਰੀਏ ਦੇ ਵਿੱਚ ਪੈ ਕੇ, ਤੇ ਅਸੀਂ ਕਈ ਵਾਰ ਕੋਸ਼ਿਸ਼ਾਂ ਕੀਤੀਆਂ ਵੀ ਇਹਨੂੰ ਰੋਕਿਆ ਜਾਵੇ। ਉਹਦੇ ਸਾਰੇ ਜੋ ਦਰਖਤ ਸੀਗੇ ਉਹ ਖਤਮ ਕਰ ਦਿੱਤੇ ਗਏ ਆ, ਸਾਰਾ ਉਹ ਮਤਲਬ ਜਿਹੜਾ ਹੈਗਾ ਬੇਕਾਰ ਕਰ ਦਿੱਤਾ ਗਿਆ। ਸੋ ਮਤਲਬ ਇਹ ਪ੍ਰਾਪਰਟੀ ਜਿਹੜੀ ਸੀਗੀ ਇਹ ਪੰਜਾਬ ਦੇ ਲੋਕਾਂ ਦੀ, ਪੰਜਾਬ ਦੀ ਸਰਕਾਰ ਦੀ, ਪੰਜਾਬ ਦੇ ਲੋਕਾਂ ਦੀ ਕੋਆਪਰੇਟਿਵ ਪ੍ਰਾਪਰਟੀ ਜਿਹੜੀ ਹੈ ਸਾਰੀ ਬੰਦ ਹੁੰਦੀਆਂ ਸੀ। ਪੰਜਾਬ ਦੇ ਲੋਕ ਉਦੋਂ ਸੜਕਾਂ ਤੇ ਕਿਉਂ ਨਹੀਂ ਆਏ? ਖਾਸ ਕਰਕੇ ਮੈਂ ਕਹਿੰਦਾ ਵੀ ਸਾਰੇ ਨਾ ਆਉਂਦੇ ਪਰ ਜਿਹੜੇ ਗੰਨਾ ਵੇਚਦੇ ਸੀ ਉਹ ਤੇ ਆ ਜਾਂਦੇ ਸੜਕਾਂ ਦੇ ਉੱਤੇ ਵੀ ਇਹ ਕਿਉਂ ਸਾਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਦੇ ਰਹੇ ਹੋ? ਸਾਡੀਆਂ ਜਿਹੜੀਆਂ ਸਹਿਕਾਰੀ ਮਿਲਾਂ ਨੇ ਉਹ ਘੱਟੋ ਘੱਟ ਖਤਮ ਤੇ ਨਾ ਕਰੋ, ਅਸੀਂ ਕਿੱਥੇ ਗੰਨਾ ਲੈ ਕੇ ਜਾਵਾਂਗੇ, ਤੁਹਾਡੇ ਘਰ ਆਵਾਂਗੇ। ਸਵਾਲ ਸੀ ਇੱਕ। ਦੇਖੋ ਮਖੂ ਸਾਹਿਬ, ਮੇਰੇ ਖਿਆਲ ਦੇ ਵਿੱਚ ਜਿਹੜਾ ਹੈਗਾ ਵੈਸੇ ਤਾਂ ਸਮੇਂ-ਸਮੇਂ ਤੇ ਨਾ ਮਤਲਬ ਜਿੱਦਾਂ ਫਰੀਦਕੋਟ ਸ਼ੂਗਰ ਮਿਲ ਸੀਗੀ ਉਹ ਜਦੋਂ ਜਿਵੇਂ ਬੰਦ ਹੋਈ ਹੈ ਇਹ ਬੜੇ ਮਤਲਬ ਇਹ ਇਸ ਤਰ੍ਹਾਂ ਤਾਂ ਹੁੰਦਾ ਨਹੀਂ ਕਿ ਇਹ ਮਿੱਲਾਂ ਜਿਹੜੀਆਂ ਕੋਈ 1 ਸਾਲ 'ਚ ਜਾਂ 6 ਮਹੀਨਿਆਂ 'ਚ ਬੰਦ ਕਰ ਦਿੱਤੀਆਂ ਗਈਆਂ। ਇਹਦੇ ਵਾਸਤੇ ਮਤਲਬ ਇੱਕ ਲੰਬਾ ਸਮਾਂ ਲੱਗਿਆ। ਪਹਿਲਾਂ ਉਹ ਮਤਲਬ ਲੋਕਾਂ ਦੀਆਂ ਪੇਮੈਂਟਾਂ ਸਮੇਂ ਸਿਰ ਨਾ ਆਉਣੀਆਂ, ਕਿਸਾਨ ਨੂੰ ਗੰਨੇ ਦੀ ਪੇਮੈਂਟ ਨਹੀਂ ਮਿਲਣੀ, ਉਹਦਾ ਹਰਾਸ ਹੁੰਦੇ ਰਹਿਣਾ। 2-4 ਸਾਲ ਉਹ ਕਿਸਾਨ ਹਰਾਸ ਹੋਇਆ, ਉਹ ਫਿਰ ਮਤਲਬ ਉਹ ਗੰਨੇ ਵਾਲੇ ਪਾਸੇ ਹੁਣ ਦੱਸੋ ਇੱਕ ਕਿਸਾਨ ਦੀ ਸਾਲ ਭਰ ਦੀ ਫਸਲ ਹੈ ਉਹ ਮਿੱਲ ਸੁੱਟਿਆ ਦੇ ਆਇਆ, ਅੱਛਾ ਉਹਨੂੰ ਪੈਸੇ ਨਾ ਮਿਲੇ, ਸਾਲ ਭਰ ਉਹਨੂੰ ਪੈਸੇ ਨਾ ਮਿਲੇ, ਅੱਗੇ ਫਿਰ ਉਹੀ ਫਸਲ ਲਾਈ ਬੈਠਾ ਹੈ, ਉਹਦਾ ਜੀਵਨ ਨਿਰਵਾਹ ਕਿਵੇਂ ਹੋਊਗਾ? ਠੀਕ ਹੈ, ਉਹਨੇ ਹੌਲੀ ਇਹ ਜਿਹੜੇ ਬੰਦ ਕਰਵਾਉਣ ਵਾਲੇ ਆ ਨਾ ਜੀ, ਇਹ ਬੰਦ ਕਰਵਾਉਣ ਵਾਲੇ ਆਪਣੇ ਵਰਗੇ ਭੋਲੇ ਨਹੀਂ ਹੁੰਦੇ, ਇਹ ਬੜੇ ਛਾਤਰ ਹੁੰਦੇ ਆ, ਬੜਾ ਤਰੀਕਾ ਹੁੰਦਾ ਇਹਨਾਂ ਨੂੰ ਵੀ ਕਿਹੜੇ ਢੰਗਾਂ ਦੇ। ਇਹ ਤਾਂ ਮੈਂ ਇੱਕ ਵਾਰੀ ਸ਼ਾਇਦ ਕਿਸਾਨ ਨੂੰ ਇੰਨਾ ਜ਼ਿਆਦਾ ਕਲਪਾ ਦਿੰਦੇ ਵੀ ਉਹ ਮੈਂ ਗਾਹਾਂ ਬੀਜਣਾ ਹੀ, ਮੈਂ ਇਹਨੂੰ ਬੀਜਣਾ ਹੀ ਨਹੀਂ ਜੀ, ਮੈਂ ਇਧਰਲੇ ਪਾਸੇ ਜਾਣਾ ਹੀ ਨਹੀਂ ਜੀ। ਸਾਲ ਦੀ ਮੇਰੀ ਪਹਿਲਾਂ ਉਹਨੂੰ ਸਾਂਭ ਸੰਭਾਲ ਕੀਤੀ ਹੈ, ਹੁਣ ਆਏ ਮੈਂ ਨਹੀਂ, ਮੇਰੇ ਪੈਸੇ ਨਹੀਂ। ਔਰ ਤੁਸੀਂ ਹੈਰਾਨ ਹੋਵੋਗੇ ਮੇਰੇ ਖਿਆਲ ਦੇ ਵਿੱਚ ਮਤਲਬ ਵੈਸੇ ਜੇ ਮੈਂ ਇਸ ਗੱਲ ਤੇ ਗਲਤ ਨਾ ਹੋਵਾਂ ਸ਼ਾਇਦ ਅਜੇ ਤੱਕ ਵੀ ਲੋਕਾਂ ਦੇ ਗੰਨੇ ਦੇ ਪੈਸੇ ਖੜੇ ਨੇ। ਅਜੇ ਵੀ ਰੌਲਾ ਪੈਂਦਾ ਹੁੰਦਾ ਹੈ ਕਿ ਮਤਲਬ ਇੰਨੇ ਟਾਈਮ ਦੀ ਅਦਾਇਗੀ ਜਿਹੜੀ ਹੈਗੀ ਹੈ ਫਲਾਣੀ ਮਿੱਲ ਦੀ ਜਾਂ ਫਲਾਣੇ ਇਲਾਕੇ ਦੀ ਜਿਹੜੀ ਹੈ ਇੰਨੇ ਟਾਈਮ ਦੀ ਅਦਾਇਗੀ ਖੜੀ ਹੋਈ ਹੈ। ਡਾਕਟਰ ਸਾਹਿਬ ਤੁਹਾਡਾ ਧੰਨਵਾਦੀ ਹਾਂ ਕਿ ਤੁਸੀਂ ਫਿਰ ਵੀ ਇਹ ਗੱਲਾਂ ਬੜੀਆਂ ਖੁੱਲ੍ਹ ਕੇ ਕਰ ਜਾਂਦੇ ਹੋ, ਭਾਵੇਂ ਉਹ ਆਪਣੇ ਇਲਾਕੇ ਦੀ ਗੱਲ ਹੋਵੇ, ਕਈ ਵਾਰੀ ਗੱਲਾਂ ਦੇਣੀਆਂ ਵੀ ਪੈ ਜਾਂਦੀਆਂ ਨੇ, ਪਰ ਫਿਰ ਵੀ ਤੁਸੀਂ ਬੇਬਾਕੀ ਨਾਲ ਗੱਲ ਕਰਦੇ ਹੋ ਔਰ ਗੱਲ ਰੱਖਦੇ ਹੋ, ਤੇ ਕਿਤੇ ਨਾ ਕਿਤੇ ਤੁਹਾਡਾ ਸਮਝਾਉਣ ਦਾ ਢੰਗ ਵੀ ਆਪਣਾ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਅਸੀਂ ਧੰਨਵਾਦੀ ਹਾਂ ਜੀ। ਮਿਹਰਬਾਨੀ, ਧੰਨਵਾਦ। ਸੋ ਦਰਸ਼ਕੋ, ਬੜੀ ਜਲਦੀ ਤੁਹਾਡੀ ਸੇਵਾ ਦੇ ਵਿੱਚ ਆਵਾਂਗਾ। ਪੰਜਾਬ ਦੀ ਖੇਤੀ ਦੀ ਗੱਲ ਕਰਦਾ ਵਾਂ, ਪੰਜਾਬ ਦੇ ਗੰਨੇ ਦੀ ਗੱਲ ਕਰਦਾ ਵਾਂ, ਪਾਣੀਆਂ ਦੀ ਗੱਲ ਕਰਦਾ, ਫਸਲ ਦੀ ਗੱਲ ਕਰਦਾ, ਮਿੱਟੀ ਦੀ ਗੱਲ ਕਰਦਾ, ਪੈਸਟੀਸਾਈਡ ਦੀ ਗੱਲ ਕਰਦਾ। ਕਿੰਨੇ ਮੁੱਦੇ ਨੇ ਮੇਰੇ ਪੰਜਾਬ ਦੇ, ਉਲਝਾਇਆ ਪਿਆ ਪੰਜਾਬ ਨੂੰ ਮੁੱਦਿਆਂ ਦੇ ਅੰਦਰ। ਬੜੀ ਜਲਦੀ ਤੁਹਾਡੀ ਸੇਵਾ ਦੇ ਵਿੱਚ ਆਵਾਂਗਾ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।